ਭਾਰਤ ਦੀ ਦੂਸਰੀ ਭੂਕਿਰਤੀ ਹੈ ਉੱਤਰ ਦੇ ਵਿਸ਼ਾਲ ਮੈਦਾਨ। ਇਹਨਾਂ ਨੂੰ ਸਿੰਧ, ਗੰਗਾ, ਬ੍ਰਹਮਪੁੱਤਰ ਦੇ ਮੈਦਾਨ ਵੀ ਕਿਹਾ ਜਾਂਦਾ ਹੈ। ਦੁਨੀਆ ਦੇ ਸਭ ਤੋਂ ਵੱਡੇ ਜਲੋੜ ਮਿੱਟੀ ਦੇ ਮੈਦਾਨਾਂ ਵਿੱਚੋਂ ਇੱਕ ਹੁੰਦੇ ਹਨ। ਭਾਰਤ ਵਿੱਚ ਇਸ ਮੈਦਾਨ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 300 ਕਿਲੋਮੀਟਰ ਤੱਕ ਹੈ। ਹਿਮਾਲਿਆ ਪਰਬਤਾਂ ਤੋਂ ਹੇਠਾਂ ਵਗਣ ਵਾਲੀਆਂ ਨਦੀਆਂ, ਉਹਨਾਂ ਦੁਆਰਾ ਰੋੜ ਕੇ ਲਿਆਂਦੀ ਗਈ ਮਿੱਟੀ ਜਿਸ ਦਾ ਨਿਖੇਪ ਹੁੰਦਾ ਯਾਨੀ ਡਿਪੋਜੀਸ਼ਨ ਹੁੰਦੀ ਹੈ, ਉਹਦੇ ਨਾਲ ਇਹ ਮੈਦਾਨ ਬਣੇ ਹੈ। ਯਾਨੀ ਜਿਹੜੀਆਂ ਨਦੀਆਂ ਨੇ ਮਿੱਟੀ ਵਿਛਾਈ ਹੈ, ਉਪਜਾਊ ਮਿੱਟੀ, ਉਸ ਦੇ ਨਾਲ ਇਹ ਮੈਦਾਨ ਬਣੇ ਆ। ਇਹਨਾਂ ਮੈਦਾਨਾਂ ਵਿੱਚ ਕਈ ਪ੍ਰਕਾਰ ਦੇ ਭੂ ਰੂਪ ਜਿਵੇਂ ਐਲੂਵੀਅਲ ਫੈਨਸ, ਜਲੋੜ ਪੱਖੇ, ਜਲੋੜ ਕੋਨ, ਐਲੂਵੀਅਲ ਕੋਨਸ, ਵਾਲਦਾਰ ਨਦੀਆਂ, ਮੀਐਂਡਰਸ, ਕੁਦਰਤੀ ਬੰਨ, ਨੈਚੁਰਲ ਲੇਵੀਜ਼, ਹੜ੍ਹਾਂ ਦੇ ਮੈਦਾਨ ਆਦਿ ਸਾਰਾ ਕੁਛ ਇੱਥੇ ਮਿਲਦਾ ਹੈ। ਆ ਦੇਖੋ ਬੇਟਾ, ਜਿਓਮੋਰਫੋਲੋਜੀ ਜਿਹੜੀ ਪਲੇਨਸ ਦੀ ਹੈ, ਇਹ ਚਾਰਟ ਦਿਖਾ ਰਿਹਾ ਹੈ। ਜਿਹੜੀਆਂ ਖੇਤਰੀ ਵਿਭਿੰਨਤਾਵਾਂ ਉਹ ਇੱਕ ਮਹੱਤਵਪੂਰਨ ਪੱਖ ਆ ਆਪਣੇ ਗੰਗਾ ਬ੍ਰਹਮਪੁੱਤਰ ਮੈਦਾਨਾਂ ਦਾ। ਆ ਨੈਕਸਟ ਚੀਜ਼ ਬੇਟਾ ਬੜੇ ਧਿਆਨ ਨਾਲ ਸਮਝਣ ਵਾਲੀ ਹੈ। ਇਹਦੇ 'ਚ ਮੈਦਾਨਾਂ ਦੀ ਵੰਡ ਅਤੇ ਬਣਤਰ ਹੈ, ਯਾਨੀ ਇੰਗਲਿਸ਼ 'ਚ ਆਪਾਂ ਕਹ ਲਈਏ ਸਟਰਕਚਰ ਤੇ ਡਿਵੀਜ਼ਨਸ ਆਫ ਪਲੇਨਸ ਹੈ। ਸਟਰਕਚਰ ਦੇ ਅਨੁਸਾਰ ਮੈਦਾਨਾਂ ਨੂੰ ਭਾਬਰ, ਤਰਾਈ, ਖਾਡਰ, ਬਾਂਗਰ, ਰੇਹ ਜਾਂ ਕੱਲਰ ਤੇ ਭੂਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਤੇ ਖੇਤਰੀ ਵੰਡ ਵਿੱਚ ਸਿੰਧ ਦੇ ਮੈਦਾਨ, ਗੰਗਾ ਦੇ ਮੈਦਾਨ ਤੇ ਬ੍ਰਹਮਪੁੱਤਰ ਦੇ ਮੈਦਾਨ ਆਉਂਦੇ ਆ। ਸਿੰਧ ਦੇ ਮੈਦਾਨ ਜਿਹੜੇ ਆ ਉਹ ਸਿਸ ਸਤਲੁਜ ਦੁਆਬ, ਬਿਸਤ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ ਅਤੇ ਸਿੰਧ ਸਾਗਰ ਦੁਆਬ ਦੇ ਨਾਂ ਨਾਲ ਜਾਣੇ ਜਾਂਦੇ ਆ। ਗੰਗਾ ਦੇ ਮੈਦਾਨ ਅੱਗੇ ਗੰਗਾ ਦੇ ਉੱਚੇ ਮੈਦਾਨ, ਗੰਗਾ ਦੇ ਵਿਚਕਾਰਲੇ ਮੈਦਾਨ ਤੇ ਗੰਗਾ ਦੇ ਨਿਚਲੇ ਮੈਦਾਨਾਂ ਨਾਲ ਜਾਣੇ ਜਾਂਦੇ ਆ। ਬ੍ਰਹਮਪੁੱਤਰ ਦੇ ਮੈਦਾਨ ਨਿਚਲੀ ਬ੍ਰਹਮਪੁੱਤਰ ਘਾਟੀ ਦੇ ਦੁਆਰ ਦੇ ਨਾਂ ਨਾਲ ਜਾਣੇ ਜਾਂਦੇ ਆ। ਥੱਲੇ ਧਿਆਨ ਨਾਲ ਦੇਖਿਓ, ਗੰਗਾ ਦੇ ਜਿਹੜੇ ਨਿਚਲੇ ਮੈਦਾਨ ਆ ਉਹ ਰਾਹਤ ਖੇਤਰ ਤੇ ਡੈਲਟਾਈ ਮੈਦਾਨ ਵਿੱਚ ਵੰਡੇ ਹੋਏ ਆ, ਤੇ ਗਾਂ ਡੈਲਟਾਈ ਮੈਦਾਨ ਵੀ ਦੋ ਭਾਗਾਂ ਵਿੱਚ ਵੰਡੇ ਹੋਏ ਆ। ਭੀਲ ਯਾਨੀ ਬਾਹਰੀ ਦਲਦਲੀ ਡੈਲਟਾਈ ਮੈਦਾਨ ਤੇ ਚਰ ਯਾਨੀ ਅੰਦਰੂਨੀ ਡੈਲਟਾਈ ਮੈਦਾਨ ਕਹਾਉਂਦੇ ਆ। ਇਹ ਭਾਬਰ ਕੀ ਹੈ? ਭਾਬਰ ਉਹ ਇਲਾਕਾ ਹੈ ਜਿਹੜਾ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ ਯਾਨੀ ਫੁੱਟ ਹਿਲਸ ਵਿੱਚ ਆਉਂਦਾ ਹੈ। 8 ਤੋਂ 16 ਕਿਲੋਮੀਟਰ ਚੌੜੀ ਇਹ ਪੱਟੀ ਹੈ ਜੋ ਸਿੰਧ ਦਰਿਆ ਤੋਂ ਤੀਸਤਾ ਦਰਿਆ ਤੱਕ, ਸ਼ਿਵਾਲਿਕ ਤੋਂ ਪੂਰਵਾਂਚਲ ਤੱਕ ਪਹਾੜਾਂ ਦੇ ਨਾਲ ਚੱਲਦੀ ਹੈ। ਭਾਬਰ ਦਾ ਖੇਤਰ ਬੜੀ ਘੱਟ ਢਲਾਣ ਵਾਲਾ ਹੁੰਦਾ ਹੈ ਤੇ ਕੋਰਸ ਜਾਂ ਜਿਨੀ ਰਫ ਜਾਂ ਜਲੋੜੀ ਜ਼ੋਨ ਖੇਤਰ ਹੈ, ਜ਼ੋਨ ਹੈ ਜਿਹੜਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਥੱਲੇ ਥੱਲੇ ਵਗਦਾ ਤੇ ਇਹਨਾਂ ਵਿੱਚ ਛੋਟੀਆਂ ਛੋਟੀਆਂ ਨਦੀਆਂ ਜਿਹੜੀਆਂ ਛੋਟੇ ਛੋਟੇ ਨਾਲੇ ਹੈ ਉਹ ਇਸ ਤਲ ਛਟਾਂ ਵਿੱਚ ਅਲੋਪ ਹੋ ਜਾਂਦੇ ਆ। ਸ਼ਿਵਾਲਿਕ ਪਰਬਤ ਲੜੀ ਤੋਂ ਮੈਦਾਨਾਂ ਵਿੱਚ ਹੇਠਾਂ ਆਉਂਦੀਆਂ ਨਦੀਆਂ ਆਪਣੇ ਨਾਲ ਵਹਾ ਕੇ ਲਿਆਂਦੇ ਪੱਥਰ, ਕੰਕਰ, ਕੰਗਲੋਮਰੇਟ ਆਦਿ ਇਸ ਪੱਟੀ ਵਿੱਚ ਜਮ੍ਹਾਂ ਕਰ ਦਿੰਦੀਆਂ ਹਨ। ਇਹਨਾਂ ਕੰਕਰ ਪੱਥਰਾਂ ਦੀ ਪਾਣੀ ਸੋਖਣ ਦੀ ਸਮਰੱਥਾ ਯਾਨੀ ਪੋਰੋਸਿਟੀ ਕਾਫੀ ਜ਼ਿਆਦਾ ਹੁੰਦੀ ਹੈ। ਪੱਥਰਾਂ ਦੀ ਇਹ ਭਰਮਾਰ ਖੇਤੀਬਾੜੀ ਲਈ ਲਾਹੇਵੰਦ ਨਹੀਂ ਹੁੰਦੀ। ਗੰਗਾ ਬ੍ਰਹਮਪੁੱਤਰ ਦੇ ਮੈਦਾਨ ਦਾ ਦੂਸਰਾ ਰੂਪ ਹੈ ਤਰਾਈ। ਭਾਬਰ ਦੇ ਬਿਲਕੁਲ ਦੱਖਣ ਵਿੱਚ 15 ਤੋਂ 20 ਕਿਲੋਮੀਟਰ ਚੌੜੀ ਦਲਦਲੀ ਪੱਟੀ ਹੈ ਜੋ ਭਾਬਰ ਦੇ ਨਾਲ ਚੱਲਦੀ ਹੈ।
ਇਸ ਪੱਟੀ ਨੂੰ ਤਰਾਈ ਕਿਹਾ ਜਾਂਦਾ ਹੈ। ਭਾਬਰ ਪੱਟੀ ਵਿੱਚ ਕੰਕਰਾਂ ਦੇ ਥੱਲੇ ਵਹਿ ਰਹੀਆਂ ਨਦੀਆਂ ਇਸ ਪੱਟੀ ਵਿੱਚ ਬਾਹਰ ਆ ਜਾਂਦੀਆਂ ਹਨ। ਇਸ ਕਾਰਨ ਇਹ ਪੱਟੀ ਦਲਦਲ ਹੁਮਸ ਨਾਲ ਭਰੀ ਰਹਿੰਦੀ ਹੈ। ਜ਼ਿਆਦਾ ਮੀਂਹ ਪੈਣ ਕਰਕੇ ਇਹ ਪੱਟੀ ਵਿੱਚ ਸੰਘਣੇ ਜੰਗਲ ਹੁੰਦੇ ਹਨ। ਪੰਜਾਬ ਤੇ ਉੱਤਰਾਖੰਡ ਦਾ ਜ਼ਿਆਦਾਤਰ ਤਰਾਈ ਇਲਾਕਾ ਜੰਗਲਾਂ ਨੂੰ ਸਾਫ਼ ਕਰਕੇ ਵਾਹੀਯੋਗ ਬਣਾ ਦਿੱਤਾ ਗਿਆ ਹੈ। ਤੀਸਰਾ ਭੂ ਰੂਪ ਹੈ ਬੇਟਾ ਬਾਂਗਰ, ਜਿਹੜਾ ਕਿ ਗੰਗਾ ਬ੍ਰਹਮਪੁੱਤਰ ਮੈਦਾਨਾਂ ਦੀ ਇੱਕ ਵਿਸ਼ੇਸ਼ਤਾ ਹੈ। ਬਾਂਗਰ ਦੇ ਇਲਾਕੇ ਨਦੀਆਂ ਤੋਂ ਦੂਰ ਉੱਚੇ ਇਲਾਕੇ ਹੁੰਦੇ ਹਨ, ਜਿੱਥੇ ਨਦੀਆਂ ਦੇ ਹੜ੍ਹਾਂ ਦਾ ਪਾਣੀ ਨਹੀਂ ਪਹੁੰਚਦਾ। ਬਾਂਗਰ ਮਿੱਟੀ ਵਿੱਚ ਕੰਕਰਾਂ ਦੀ ਬਹੁਤਾਤ ਹੁੰਦੀ ਹੈ, ਇਸ ਕਰਕੇ ਇੱਥੇ ਮਿੱਟੀ ਵੀ ਪੁਰਾਣੀ ਹੁੰਦੀ ਹੈ ਤੇ ਖੇਤੀ ਲਈ ਜ਼ਿਆਦਾ ਲਾਹੇਵੰਦ ਨਹੀਂ ਹੁੰਦੀ। ਅੱਗੇ ਹੈ ਬੇਟਾ ਬੇਟ ਇਲਾਕੇ ਵਾਲੀ ਖਾਡਰ ਮਿੱਟੀ। ਇਹ ਮਿੱਟੀ ਨਵੀਂ ਜਲੋੜੀ ਮਿੱਟੀ ਹੈ, ਜੋ ਕਿ ਦਰਿਆਵਾਂ ਦੇ ਨਾਲ ਲੱਗਦੇ ਨੀਵੇਂ ਇਲਾਕੇ ਵਿੱਚ ਹੜ੍ਹਾਂ ਦੁਆਰਾ ਵਿਛਾਈ ਜਾਂਦੀ ਹੈ। ਇਹ ਮਿੱਟੀ ਬਹੁਤ ਜ਼ਿਆਦਾ ਉਪਯੋਗ ਹੁੰਦੀ ਹੈ। ਪੰਜਾਬ ਵਿੱਚ ਅਜਿਹੇ ਖਾਡਰ ਮਿੱਟੀ ਵਾਲੇ ਇਲਾਕੇ ਨੂੰ ਕੀ ਕਿਹਾ ਜਾਂਦਾ? ਬੇਟ ਕਿਹਾ ਜਾਂਦਾ। ਬੇਟ। ਖਾਡਰ ਮਿੱਟੀ ਵਾਲੇ ਮੈਦਾਨਾਂ ਤੋਂ ਬਾਅਦ ਅਗਲੇ ਮੈਦਾਨ ਆਉਂਦੇ ਬੇਟਾ ਰੇਹ ਜਾਂ ਕਲਰੀ ਮਿੱਟੀ ਦੇ ਮੈਦਾਨ। ਇਹ ਬੰਜਰ ਮੈਦਾਨ ਹੁੰਦੇ ਆ ਬੇਟਾ, ਜਿਨ੍ਹਾਂ ਦੀ ਮਿੱਟੀ ਖਾਰੀ ਹੁੰਦੀ ਹੈ। ਇਸ ਤਰ੍ਹਾਂ ਦੇ ਮੈਦਾਨ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਮਿਲਦੇ ਹਨ। ਲਾਸਟ ਤੇ ਬੇਟਾ ਭੂਰ ਦੇ ਮੈਦਾਨ ਹੁੰਦੇ ਆ। ਇਹ ਗੰਗਾ ਨਦੀ ਦੇ ਨਾਲ ਜਿਹੜਾ ਗੰਗਾ ਯਮੁਨਾ ਦੁਆਬ ਆ, ਉਹਦੇ ਵਿੱਚ ਗੰਗਾ ਨਦੀ ਦੇ ਨਾਲ ਉੱਚੇ ਮੈਦਾਨਾਂ ਨੂੰ ਕਿਹਾ ਜਾਂਦਾ ਹੈ, ਭੂਰ ਦੇ ਮੈਦਾਨ ਕਿਹਾ ਜਾਂਦਾ ਹੈ। ਇਹਨਾਂ ਮੈਦਾਨਾਂ ਦੀ ਮਿੱਟੀ ਦਾ ਨਿਰਮਾਣ ਪੌਣਾ ਦੁਆਰਾ ਉਡਾ ਕੇ ਜਮ੍ਹਾਂ ਕੀਤੀ ਮਿੱਟੀ ਨਾਲ ਹੋਇਆ। ਵਿੰਡਸ ਜੋ ਵੀ ਮਿੱਟੀ ਲਿਆਉਂਦੀਆਂ ਸੀ ਉਹਦੇ ਨਾਲ ਇਸ ਦਾ ਨਿਰਮਾਣ ਹੋਇਆ। ਠੀਕ ਹੈ ਬੇਟਾ, ਇਹ ਆਪਾਂ 6 ਕਿਸਮ ਦੇ ਮੈਦਾਨ ਜਿਹੜੇ ਆ ਕੀਤੇ ਆ। ਹੁਣ ਬੇਟਾ ਆਪਾਂ ਮੈਦਾਨਾਂ ਦੀ ਖੇਤਰੀ ਵੰਡ ਬਾਰੇ ਪੜ੍ਹਾਂਗੇ। ਸੋ ਬੇਟਾ ਹੁਣ ਆਪਾਂ ਮੈਦਾਨਾਂ ਦੀ ਖੇਤਰੀ ਵੰਡ ਬਾਰੇ ਜਾਣੀਏ। 4 ਭਾਗਾਂ ਵਿੱਚ ਭਾਰਤ ਦੇ ਵਿਸ਼ਾਲ ਮੈਦਾਨਾਂ ਨੂੰ ਵੰਡਿਆ ਜਾਂਦਾ ਹੈ। ਪਹਿਲਾ ਹੈ ਪੰਜਾਬ ਹਰਿਆਣਾ ਦੇ ਮੈਦਾਨ, ਦੂਸਰਾ ਰਾਜਸਥਾਨ ਦੇ ਮੈਦਾਨ ਤੇ ਮਾਰੂਥਲ, ਤੀਸਰਾ ਹੈ ਬੇਟਾ ਗੰਗਾ ਦੇ ਮੈਦਾਨ ਤੇ ਚੌਥੇ ਨੰਬਰ ਤੇ ਹੁੰਦੇ ਆ ਬ੍ਰਹਮਪੁੱਤਰ ਦੇ ਮੈਦਾਨ। ਬੇਟਾ ਜਿਵੇਂ ਕਹਿੰਦੇ ਆ, ਅੰਨਾ ਵੰਡੇ ਰਿਓੜੀਆਂ ਮੁੜ ਮੁੜ ਘਰ ਵਾਲਿਆਂ ਨੂੰ ਦਵੇ। ਆਪਾਂ ਵੀ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਦੇ ਮੈਦਾਨਾਂ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਆਪਾਂ ਇੱਥੇ ਰਹਿ ਰਹੇ ਹਾਂ। ਬੇਟਾ ਇਹ ਜਿਹੜੇ ਮੈਦਾਨ ਆ ਪੰਜਾਬ ਹਰਿਆਣਾ ਦੇ ਮੈਦਾਨ, ਇਹ ਉੱਤਰ ਪੱਛਮ ਤੋਂ ਦੱਖਣ ਪੂਰਬ ਤੱਕ, ਨਾਰਥ ਵੈਸਟ ਤੋਂ ਸਾਊਥ ਈਸਟ ਤੱਕ 640 ਕਿਲੋਮੀਟਰ ਦੀ ਲੰਬਾਈ ਤੱਕ ਫੈਲੇ ਹੋਏ ਆ। ਕਿੰਨੇ ਭਲਾ? 640 ਕਿਲੋਮੀਟਰ। ਹੁਣ ਇਹਨਾਂ ਦੀ ਔਸਤ ਚੌੜਾਈ ਜੇ ਦੇਖੀਏ, ਔਸਤ ਤਾਂ ਦੱਸਿਆ ਕਿਤੇ ਘੱਟ ਹੈ ਕਿਤੇ ਵੱਧ ਹੈ, ਤੇ ਔਸਤ ਚੌੜਾਈ 300 ਕਿਲੋਮੀਟਰ ਹੈ। ਤੇ ਇਹਨਾਂ ਮੈਦਾਨਾਂ ਦਾ ਬੇਟਾ ਕੁੱਲ ਖੇਤਰਫਲ 1.7 ਲੱਖ ਸਕੁਅਰ ਕਿਲੋਮੀਟਰ, 1.75 ਲੱਖ ਵਰਗ ਕਿਲੋਮੀਟਰ, ਯਾਨੀ ਕਿ 1,75,000 ਵਰਗ ਕਿਲੋਮੀਟਰ ਹੈ। ਹੁਣ ਇਹ ਮੈਦਾਨ ਕਿੱਥੋਂ ਕਿੱਥੋਂ ਤੱਕ? ਸਿੰਧ ਅਤੇ ਇਸ ਦੀਆਂ ਸਹਾਇਕ ਨਦੀਆਂ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਸਾਰੀਆਂ ਨਦੀਆਂ ਦੁਆਰਾ ਵਿਛਾਏ ਗਏ ਜਲੋੜ ਨਾਲ ਬਣਿਆ ਹੋਇਆ। ਦੇਖੋ ਇੰਨੀਆਂ ਨਦੀਆਂ ਦੇ ਵਿਚਕਾਰ ਬਣਿਆ ਹੋਇਆ ਹੈ। ਇਸ ਮੈਦਾਨ ਦੇ 5 ਦੁਆਬ ਹਨ ਬੇਟਾ, ਬਹੁਤ ਇੰਟਰਸਟਿੰਗ ਹੁੰਦੇ ਆ, ਯਾਦ ਰੱਖਣ ਵਾਲੇ ਆ। ਜਿਨ੍ਹਾਂ ਵਿੱਚ ਬਿਸਤ ਦੁਆਬ, ਦੇਖੋ ਬੀ ਤੋਂ ਬਿਆਸ, ਸਤ ਤੋਂ ਸਤਲੁਜ, ਇਹਨਾਂ ਦੋਨਾਂ ਦਰਿਆਵਾਂ ਦਾ ਵਿਚਕਾਰਲਾ ਇਲਾਕਾ ਇਹ ਬਿਸਤ ਹੈ। ਬਾਰੀ ਦੁਆਬ ਜਿਵੇਂ ਬਿਆਸ ਤੇ ਰਾਵੀ, ਇਹਨਾਂ ਦੋਨਾਂ ਦੇ ਵਿਚਕਾਰਲਾ। ਚਨਾਬ, ਰਾਵੀ ਤੇ ਚਨਾਬ ਦੇ ਵਿਚਕਾਰ। ਤੇ ਰਚਨਾ ਦੁਆਬ ਇਸ ਨੂੰ ਕਹਿੰਦੇ ਆ। ਝੱਜ ਦੁਆਬ ਬੇਟਾ ਚਨਾਬ ਜਾਂ ਚਨਾਹ ਦੇ ਵਿਚਕਾਰ,
ਤੇ ਇੱਕ ਦੁਆਬ ਹੈਗਾ ਸਿੰਧ ਦੁਆਬ। ਇਹ ਹੈਗਾ ਜੇਹਲਮ, ਚਿਨਾਬ ਤੇ ਸਿੰਧ ਦਰਿਆਵਾਂ ਦਾ ਵਿਚਕਾਰਲਾ ਇਲਾਕਾ। ਉੱਤਰ ਦੇ ਵਿਸ਼ਾਲ ਮੈਦਾਨਾਂ ਦਾ ਦੂਸਰਾ ਭਾਗ ਰਾਜਸਥਾਨ ਦਾ ਆਉਂਦਾ ਹੈ। ਇਹ ਰਾਜਸਥਾਨ ਦੇ ਮੈਦਾਨ ਵੀ ਹੈ ਤੇ ਮਾਰੂਥਲ ਵੀ ਆਪਾਂ ਕਹਿ ਸਕਦੇ ਹਾਂ। ਇਹ ਅਸਲ ਵਿੱਚ ਸਤਲੁਜ ਦੇ ਮੈਦਾਨ ਦਾ ਹੀ ਉਹ ਹਿੱਸਾ ਹੈ ਜੋ ਕਦੇ ਘੱਗਰ ਤੇ ਸਰਸਵਤੀ ਕਾਰਨ ਹਰਾ ਭਰਾ ਹੁੰਦਾ ਸੀ, ਐਨ ਪੂਰਾ ਗ੍ਰੀਨ ਹੁੰਦਾ ਸੀ, ਪਰ ਹੁਣ ਮਾਰੂ ਭਾਵ ਰੇਤਲੀ ਭੂਮੀ ਹੈ, ਯਾਨੀ ਮਾਰੂਥਲ ਹੈ। ਥਾਰ ਰੇਗਿਸਤਾਨ ਜਾਂ ਮਾਰੂਥਲ ਵਜੋਂ ਜਾਣਿਆ ਜਾਂਦਾ ਇਹ ਇਲਾਕਾ ਪੰਜਾਬ ਦੇ ਦੱਖਣ ਪੱਛਮ ਯਾਨੀ ਸਾਊਥ ਵੈਸਟ ਤੋਂ ਰਾਜਸਥਾਨ ਦੇ ਪੱਛਮ ਵਿੱਚ 650 ਕਿਲੋਮੀਟਰ ਲੰਬਾਈ ਅਤੇ 250 ਕਿਲੋਮੀਟਰ ਦੀ ਚੜ੍ਹਾਈ ਵਿੱਚ ਫੈਲਿਆ ਹੋਇਆ ਹੈ। ਥਾਰ ਰੇਗਿਸਤਾਨ ਦੇ ਪੂਰਬੀ ਹਿੱਸੇ ਨੂੰ ਰਾਜਸਥਾਨ ਬਾਂਗਰ ਵੀ ਕਹਿੰਦੇ ਹਨ। ਥਾਰ ਬੇਟਾ ਰੇਗਿਸਤਾਨ ਵਿੱਚ ਰੇਤ ਦੇ ਟਿੱਬੇ ਯਾਨੀ ਸੈਂਡ ਡਿਊਨਸ ਅਤੇ ਖਾਰੇ ਪਾਣੀ ਦੀਆਂ ਕੁਝ ਝੀਲਾਂ ਵੀ ਮਿਲਦੀਆਂ ਹਨ। ਸਾਂਬਰ, ਚਿਤਵਾਨਾ, ਤਿਗਾਨਾ, ਸਾਰਮੋਲ, ਇਹ ਜਿਹੀਆਂ ਕੁਝ ਝੀਲਾਂ ਇੱਥੇ ਹੈਗੀਆਂ। ਅੱਗੇ ਬੇਟੇ 550 ਕਿਲੋਮੀਟਰ ਲੰਬੇ ਤੇ 380 ਕਿਲੋਮੀਟਰ ਤੱਕ ਚੌੜੇ ਵਿਸ਼ਾਲ ਮੈਦਾਨ, ਜਿਨ੍ਹਾਂ ਦਾ ਨਿਰਮਾਣ ਗੰਗਾ ਦੀਆਂ ਸਹਾਇਕ ਨਦੀਆਂ ਗੰਡਕ, ਯਮੁਨਾ, ਘਾਗਰਾ, ਕੋਸੀ, ਸੋਨ, ਕੇਨ, ਬੇਤਵਾ ਅਤੇ ਚੰਬਲ ਆਦਿ ਨਾਲ ਹੋਇਆ ਹੋਇਆ, ਯਾਨੀ ਇਹਨਾਂ ਦੁਆਰਾ ਲਿਆਈ ਹੋਈ ਮਿੱਟੀ ਨਾਲ ਇਹਨਾਂ ਮੈਦਾਨਾਂ ਦਾ ਨਿਰਮਾਣ ਹੋਇਆ ਹੈ। ਇਹਨਾਂ ਮੈਦਾਨਾਂ ਨੂੰ ਵੀ 3 ਉਪ ਭਾਗਾਂ ਵਿੱਚ ਵੰਡਦੇ ਹੈ। ਉੱਚੇ ਮੈਦਾਨ ਹੈ, ਗੰਗਾ ਦੇ ਵਿਚਕਾਰਲੇ ਮੈਦਾਨ ਹੈ, ਗੰਗਾ ਦੇ ਹੇਠਲੇ ਮੈਦਾਨ ਹੈ। ਆਓ ਇਹਨਾਂ 'ਤੇ ਵੀ ਇੱਕ ਝਾਤ ਪਾ ਲੈਂਦੇ ਹਾਂ। ਹਾਂਜੀ ਦੇਖੋ, ਗੰਗਾ ਦੇ ਜਿਹੜੇ ਉੱਚੇ ਮੈਦਾਨ ਆ ਇਹਨਾਂ ਨੂੰ ਗੰਗਾ ਯਮੁਨਾ ਦੁਆਬ ਵੀ ਕਿਹਾ ਜਾਂਦਾ ਹੈ। ਇਹ ਗੰਗਾ ਅਤੇ ਯਮੁਨਾ ਤੋਂ ਇਲਾਵਾ ਰਾਮ ਗੰਗਾ, ਸ਼ਾਰਦਾ, ਬੇਤਵਾ, ਗੋਮਤੀ ਅਤੇ ਘਾਗਰਾ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਤੋਂ ਬਣਿਆ। ਇਸ ਮੈਦਾਨ ਵਿੱਚ ਭਾਬਰ ਅਤੇ ਤਰਾਈ ਦੇ ਮੈਦਾਨ ਸ਼ਾਮਲ ਹਨ। ਅੱਗੇ ਬੇਟਾ ਆਉਂਦੇ ਹੈ ਮਿਥਿਲਾ ਜਾਂ ਬਿਹਾਰ ਦੇ ਮੈਦਾਨ। ਇਹ ਗੰਗਾ ਦੇ ਵਿਚਕਾਰਲੇ ਮੈਦਾਨ ਹਨ। ਇਹ ਉੱਤਰ ਪ੍ਰਦੇਸ਼ ਦੇ ਪੂਰਬੀ ਭਾਗ ਅਤੇ ਬਿਹਾਰ ਰਾਜਾਂ ਵਿੱਚ ਫੈਲੇ ਹੋਏ ਹਨ ਅਤੇ ਇਸੇ ਕਰਕੇ ਤਾਂ ਇਹਨਾਂ ਨੂੰ ਮਿਥਿਲਾ ਜਾਂ ਬਿਹਾਰ ਦੇ ਮੈਦਾਨ ਕਿਹਾ ਜਾਂਦਾ ਹੈ। ਇਸ ਮੈਦਾਨ ਦੀ ਲੰਬਾਈ ਬੇਟਾ 600 ਕਿਲੋਮੀਟਰ ਅਤੇ ਚੌੜਾਈ 330 ਕਿਲੋਮੀਟਰ ਤੱਕ ਹੈ। ਇਹ ਮੈਦਾਨ ਘਾਗਰਾ, ਗੰਡਕ, ਸੋਨ ਅਤੇ ਕੋਸੀ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਨਾਲ ਬਣਿਆ ਹੈ। ਹਾਂਜੀ ਬੇਟਾ, ਗੰਗਾ ਦੇ ਹੇਠਲੀ ਮੈਦਾਨ ਜਿਹੜੇ ਆ ਉਸ ਵਿੱਚ ਸਾਰਾ ਪੱਛਮੀ ਬੰਗਾਲ ਆ ਜਾਂਦਾ, ਦਾਰਜੀਲਿੰਗ ਛੱਡ ਦਿਓ, ਅਤੇ ਬਿਹਾਰ ਦਾ ਇੱਕ ਪੂਰਲੀਆ ਜ਼ਿਲ੍ਹਾ ਹੈ, ਉਸ ਦੀ ਕਿਸ਼ਨਗੰਜ ਤਹਿਸੀਲ ਹੁੰਦੀ ਇਹਦੇ ਵਿੱਚ। ਇਹਦੀ ਲੰਬਾਈ ਪੁੱਤ 580 ਕਿਲੋਮੀਟਰ, ਚੌੜਾਈ 200 ਕਿਲੋਮੀਟਰ ਤੱਕ ਹੈ। ਤੀਸਤਾ, ਜਲਟਾਕਾ ਅਤੇ ਤੋਰਸਾ ਨਦੀਆਂ ਦੇ ਜਲੋੜ ਜਮ੍ਹਾਂ ਹੋਣ ਨਾਲ ਇਹ ਮੈਦਾਨ ਬਣਿਆ। ਇਸ ਮੈਦਾਨ ਦਾ ਬੇਟਾ 2/3 ਹਿੱਸਾ ਸੁੰਦਰਬਨ ਡੈਲਟਾ। ਸੁੰਦਰਬਨ ਡੈਲਟੇ ਦਾ ਨਾਂ ਤੁਸੀਂ ਸਾਰੇ ਜਾਣਦੇ ਹੀ ਹੋ, ਸੰਸਾਰ ਦਾ ਸਭ ਤੋਂ ਵਿਸ਼ਾਲ ਡੈਲਟਾ ਹੈ ਸੁੰਦਰਬਨ ਡੈਲਟਾ। ਇੱਥੇ ਇੱਕ ਖਾਸ ਕਿਸਮ ਦੇ ਮੈਨਗਰੋਵ ਦਰਖਤ ਸੁੰਦਰੀ ਦੇ ਮਿਲਣ ਕਰਕੇ, ਯਾਨੀ ਦਰਖਤ ਦਾ ਨਾਂ ਹੈ ਸੁੰਦਰੀ, ਉਸ ਦੇ ਕਰਕੇ ਇਸ ਦਾ ਨਾਂ ਸੁੰਦਰਬਨ ਡੈਲਟਾ ਪਿਆ ਹੈ। ਮੈਨਗਰੋਵ ਦਰਖਤ ਡੈਲਟੇ ਦੇ ਇਲਾਕਿਆਂ ਵਿੱਚ ਸੰਘਣੇ ਜਵਾਰੀ ਜੰਗਲਾਂ ਅਤੇ ਦਲਦਲੀ ਇਲਾਕਿਆਂ ਵਿੱਚ ਮਿਲਦੇ ਹਨ, ਜਿਹਨੂੰ ਆਪਾਂ ਟਾਈਡਲ ਫੋਰੈਸਟ ਕਹਿੰਦੇ। ਜਵਾਰੀ ਜੰਗਲ ਅਤੇ ਦਲਦਲੀ ਇਲਾਕਿਆਂ ਵਿੱਚ ਇਹ ਸੰਘਣੇ ਬਹੁਤ ਹੁੰਦੇ ਆ, ਉੱਥੇ ਮਿਲਦੇ ਆ। ਉੱਤਰ ਦੇ ਜਿਹੜੇ ਵਿਸ਼ਾਲ ਮੈਦਾਨ ਆ ਬੇਟਾ, ਉਹਨਾਂ ਦੀ ਇੱਕ ਬ੍ਰਾਂਚ ਅਸਾਮ ਤੱਕ ਜਾਂਦੀ ਹੈ, ਜਿੱਥੇ ਬ੍ਰਹਮਪੁੱਤਰ ਨਦੀ ਵਗਦੀ ਹੈ, ਅਤੇ ਇਸ ਨੂੰ ਅਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ। ਸਮੁੰਦਰ ਤਲ ਤੋਂ ਇਹ 250 ਤੋਂ 550 ਮੀਟਰ ਤੱਕ ਉੱਚੇ ਮੈਦਾਨ ਹੈ, ਬ੍ਰਹਮਪੁੱਤਰ ਦੇ ਮੈਦਾਨ ਕਿਹਾ ਜਾਂਦਾ ਹੈ।